ਮੌਕਾ ਦਿਓ ਆਪਣੇ ਖੂਨ ਨੂੰ ਕਿਸੇ ਦੀਆਂ ਰਗਾਂ ਵਿੱਚ ਬਹਿਣ ਦਾ। ਇਹ ਸਭ ਤੋਂ ਵਧੀਆ ਤਰੀਕਾ ਹੈ ਕਿਸੇ ਦੇ ਜਿਸਮ ਵਿੱਚ ਜਿੰਦਾ ਰਹਿਣ ਦਾ। ਭਾਵ ਅਰਥ ਹੈ ਖੂਨਦਾਨ ਕਰਨਾ ਸਭ ਤੋਂ ਵਧੀਆ ਤਰੀਕਾ ਕਿਸੇ ਦੇ ਲਈ ਆਪਣੇ ਆਪ ਨੂੰ ਨਿਸ਼ਾਵਰ ਕਰਨ ਦੇ ਬਰਾਬਰ ਸਮਝਿਆ ਜਾਂਦਾ ਹੈ। ਇਸ ਤਰ੍ਹਾਂ ਦੇ ਹੀ ਇੱਕ ਵਿਅਕਤੀ ਨੇ ਜਿਨ੍ਹਾਂ ਨੇ 150 ਵਾਰ ਆਪਣਾ ਖੂਨਦਾਨ ਕੀਤਾ। ਉਹ ਪਿਛਲੇ 40 ਸਾਲ ਤੋਂ ਖੂਨਦਾਨ ਕਰਦੇ ਆਏ ਨੇ ਤੇ ਉਹਨਾਂ ਨੇ ਇੱਕ ਮਿਸ਼ਨ ਬਣਾ ਲਿਆ ਹੈ ਕਿ ਉਹ ਹੁਣ ਦੇਸ਼ ਦੀ ਹਰ ਸਟੇਟ ਦੇ ਵਿੱਚ ਜਾ ਕੇ ਖੂਨਦਾਨ ਕਰਨਗੇ ਤਾਂ ਕਿ ਹੋਰ ਯੁਵਾ ਪੀੜ੍ਹੀ ਜਿਹੜੀ ਹੈਗੀ ਹੈ, ਜਿਹੜੇ ਹੋਰ ਲੋਕ ਨੇ, ਉਹਨਾਂ ਨੂੰ ਇਹਦੇ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਖੂਨਦਾਨ ਦੀ ਮੁਹਿੰਮ ਨੂੰ ਹੋਰ ਵਧਾਇਆ ਜਾ ਸਕੇ। ਹਰ ਕੋਈ 1 ਜਾਂ 2 ਵਾਰੀ ਖੂਨ ਦਿੰਦਾ ਹੈ, ਪਰ 100 ਵਾਰੀ ਜਾਂ 150 ਵਾਰੀ ਖੂਨ ਦੇਣਾ ਇੱਕ ਬੜੀ ਉਪਲਬਧੀ ਮੰਨਿਆ ਜਾਂਦਾ ਹੈ। ਅੱਜ ਦੇ ਮਹਾਂਪੁਰਖ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਇੱਕ ਇਸ ਪ੍ਰਕਾਰ ਦੇ ਹੀ ਵਿਅਕਤੀ, ਚੰਡੀਗੜ੍ਹ ਦੇ ਰਹਿਣ ਵਾਲੇ ਰਣਦੀਪ ਬੱਤਾ ਜੀ ਨਾਲ ਮਿਲਾਵਾਂਗੇ, ਜਿਹੜੇ ਕਿ ਖੂਨ ਦੇਣਾ ਆਪਣਾ ਇੱਕ ਧਰਮ ਬਣਾ ਚੁੱਕੇ ਨੇ ਕਿ ਖੂਨਦਾਨ ਕਰਨਾ ਉਹਨਾਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਿਆ ਹੈ ਤੇ ਇਸ ਦੇ ਲਈ ਉਹ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕਰਦੇ ਹਨ। ਆਓ ਤੁਹਾਨੂੰ ਮਿਲਾਉਂਦੇ ਹਾਂ ਰਣਦੀਪ ਬੱਤਾ ਜੀ ਨਾਲ, ਜਿਹੜੇ ਕਿ ਖੂਨ ਦੇਣ ਨੂੰ ਇੱਕ ਮਿਸ਼ਨ ਲੈ ਕੇ ਚੱਲ ਰਹੇ ਨੇ। ਅੱਜ ਦੇ ਮਹਾਂਪੁਰਖ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਉਸ ਸ਼ਖਸ ਨਾਲ ਮਿਲਾਉਣ ਜਾ ਰਹੇ ਹਾਂ ਜਿਹੜੇ ਕਿ 150 ਵਾਰ ਖੂਨਦਾਨ ਕਰ ਚੁੱਕੇ ਹਨ ਤੇ ਉਹਨਾਂ ਨੂੰ PGI ਦੀ ਬਲੱਡ ਮਸ਼ੀਨ ਕਿਹਾ ਜਾਂਦਾ ਹੈਗਾ ਤੇ ਜਿਹੜੇ ਹਰ ਜਗ੍ਹਾ ਦੇ ਉੱਪਰ ਜਾ ਕੇ ਖੂਨਦਾਨ ਕਰਦੇ ਹਨ। ਦੇਸ਼ ਦੇ ਵਿੱਚ ਅਲੱਗ-ਅਲੱਗ ਕੋਨੇ ਵਿੱਚ ਜਾ ਕੇ ਖੂਨਦਾਨ ਕੀਤਾ ਤੇ ਖੂਨਦਾਨ ਨੂੰ ਇੱਕ ਮਿਸ਼ਨ ਬਣਾਇਆ ਤੇ ਪਿਛਲੇ 40 ਸਾਲ ਤੋਂ ਉਹ ਖੂਨਦਾਨ ਦੇ ਇਸ ਮਹਾਦਾਨ ਪ੍ਰੋਗਰਾਮ ਵਿੱਚ ਜੁਟੇ ਹੋਏ ਨੇ ਤੇ ਉਹ ਲੋਕਾਂ ਨੂੰ ਪ੍ਰੇਰਿਤ ਕਰਦੇ ਨੇ ਕਿ ਕਿੱਦਾਂ ਖੂਨਦਾਨ ਕਰਨਾ ਹੈ ਤੇ ਇਹਦੇ ਕੀ ਫਾਇਦਾ ਹੈਗਾ ਤੇ ਇਹ ਵੀ ਦੱਸਦੇ ਨੇ ਕਿ ਜਿਹੜਾ ਖੂਨਦਾਨ ਹੈ ਇਸ ਤੋਂ ਉੱਪਰ ਕੋਈ ਦਾਨ ਨਹੀਂ ਹੁੰਦਾ। ਸਾਡੇ ਨਾਲ ਨੇ ਰਣਦੀਪ ਬੱਤਾ ਜੀ, ਜਿਹੜੇ ਕਿ ਤੁਹਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਉਹਨਾਂ ਨੇ ਖੂਨਦਾਨ ਦੀ ਇਹ ਪ੍ਰਕਿਰਿਆ ਸ਼ੁਰੂ ਕੀਤੀ ਤੇ ਉਹਨਾਂ ਨੂੰ ਕਿਹਨੇ ਪ੍ਰੇਰਿਤ ਕੀਤਾ। ਬੱਤਾ ਸਾਹਿਬ, ਤੁਹਾਡਾ ਜੀ ਮੀਡੀਆ ਦੇ ਪ੍ਰੋਗਰਾਮ ਮਹਾਂਪੁਰਖ ਵਿੱਚ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਜੀ। ਮੈਂ ਜੀ ਨਿਊਜ਼ ਦੇ ਸਾਰੇ ਪਾਠਕਾਂ ਨੂੰ ਸਭ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਕਰਦਾ ਹਾਂ। ਤੁਸੀਂ ਮੈਨੂੰ ਦੱਸੋ ਕਿ ਤੁਸੀਂ ਇਸ ਖੂਨਦਾਨ ਦੇ ਜਿਹੜਾ ਅਭਿਆਨ ਹੈ ਤੁਸੀਂ ਕਿੱਦਾਂ ਸ਼ੁਰੂ ਕੀਤਾ ਤੇ ਉਸ ਕਿੱਦਾਂ ਜੁੜੇ ਹੋ? ਅਭਿਆਨ ਮੇਰਾ ਪਹਿਲਾ ਬਲੱਡ ਡੋਨੇਸ਼ਨ ਸੀ, ਜਿਹੜੀ ਉਹ ਡਿਸਟ੍ਰਿਕਟ ਸ਼ਿਮਲਾ ਦੇ ਵਿੱਚ ਚਹਿਲ ਹੈਗਾ ਸ਼ਹਿਰ, ਤੇ ਉਹਦੇ ਵਿੱਚ ਇੱਕ ਸਾਡਾ NCC ਕੈਂਪ ਗਿਆ ਸੀਗਾ ਪੰਜਾਬ ਯੂਨੀਵਰਸਿਟੀ ਕਾਲਜ ਵੱਲੋਂ। ਉੱਥੇ PGI ਦੀ ਟੀਮ ਆਈ ਸੀ ਬਲੱਡ ਡੋਨੇਸ਼ਨ ਵਾਸਤੇ, ਬਲੱਡ ਲੈਣ ਵਾਸਤੇ। ਸੋ ਉੱਥੇ ਆਰਮੀ ਆਫੀਸਰਸ ਸੀਗੇ ਸਾਰੇ, ਉਹਨਾਂ ਨੇ ਸਾਨੂੰ ਕਿਹਾ ਕਿ ਸਾਰੇ ਬੱਚੇ ਯੰਗਸਟਰ ਜਿੰਨੇ ਹੈ ਬਲੱਡ ਡੋਨੇਟ ਕਰਨਾ ਚਾਹੁੰਦੇ ਆ ਤੇ ਕਰਨ ਸੇ ਉੱਥੇ ਪਹਿਲਾ ਮੇਰਾ ਡੋਨੇਸ਼ਨ ਸੀਗਾ ਜੀ। ਤੇ ਜਦੋਂ ਤੁਸੀਂ ਡੋਨੇਸ਼ਨ ਕੀਤੀ ਤਾਂ ਕਿਹੜਾ ਸੰਨ ਸੀਗਾ ਤੇ ਤੁਹਾਡੀ ਉਮਰ ਕੀ ਸੀਗੀ? 1981 ਸੀ ਮੇਰੀ। ਮੇਰੇ ਖਿਆਲ 17 ਸਾਲ ਏਜ ਸੀਗੀ ਜੀ, ਅੰਡਰ ਏਜ ਸੀ ਹੱਲੇ। ਲੇਕਿਨ ਉਹਨਾਂ ਨੇ ਫਿਰ ਇੱਕ ਜਨੂਨ ਹੁੰਦਾ ਨਾ ਕਿ ਬਲੱਡ ਡੋਨੇਟ ਕਰਨਾ ਕਿ ਅੱਛਾ ਕੰਮ ਹੈ ਕਿਸੇ ਦੀ ਸੇਵਾ ਵਾਸਤੇ। ਸੋ ਇਸ ਰੀਜ਼ਨ ਨਾਲ ਅਸੀਂ ਉਸੇ ਬਲੱਡ ਡੋਨੇਟ ਕੀਤਾ। ਸੋ ਅਸੀਂ ਸਾਡੇ 'ਚ ਬਚਪਨਾ ਸੀਗਾ, ਅਸੀਂ ਆਰਮੀ ਆਫੀਸਰ ਨੂੰ ਮੈਨੂੰ ਯਾਦ ਆ ਪੁੱਛਿਆ ਕਿ ਸਰ ਇਸ ਬਲੱਡ ਡੋਨੇਸ਼ਨ ਦਾ ਕੀ ਫਾਇਦਾ ਹੈ? ਸੋ ਇਹਦੇ ਨਾਲ ਸਾਨੂੰ ਕੋਈ ਗੌਰਮੈਂਟ ਜੋਬ ਮਿਲੇਗੀ ਜਾਂ ਕੋਈ ਬੈਨੀਫਿਟ ਮਿਲੇਗਾ ਜਾਂ ਕੀ ਬੈਨੀਫਿਟ ਹੈ ਇਹਦਾ? ਉਹਨੇ ਫਿਰ ਬੜਾ ਇੱਕ ਸਮਾਰਟ ਜਿਹਾ ਆਨਸਰ ਦਿੱਤਾ। ਉਹਨੇ ਕਿਹਾ ਕਿ ਜਿੱਦਾਂ ਅਸੀਂ ਬੜੇ ਸ਼ਾਨ ਨਾਲ ਕਹਿੰਦੇ ਹਾਂ ਨਾ ਕਿ ਅਸੀਂ ਇੱਕ ਫੌਜੀ ਹਾਂ, ਦੇਸ਼ ਦੇ ਰਕਸ਼ਕ ਹਾਂ, ਸੋ ਇੱਕ ਟਾਈਮ ਆਏਗਾ ਤੁਸੀਂ ਬੜੇ ਮਾਣ ਨਾਲ ਕਹੋਗੇ ਕਿ ਮੈਂ ਇੱਕ ਬਲੱਡ ਡੋਨਰ ਹਾਂ। ਔਰ ਵਾਕਈ ਉਹ ਵਕਤ ਅੱਜ ਦਿਖ ਰਿਹਾ ਜੀ। ਤੁਸੀਂ ਹੁਣ 150 ਵਾਰੀ ਖੂਨਦਾਨ ਕਰ ਚੁੱਕੇ ਹੋ। ਇਹ 150 ਵਾਰ ਖੂਨਦਾਨ ਕਰਨ ਦੀ ਜਿਹੜੀ ਪ੍ਰਕਿਰਿਆ ਹੈਗੀ ਹੈ, ਇਹ ਜਿਹੜਾ ਤੁਹਾਡਾ ਸਫ਼ਰ ਹੈਗਾ ਹੈ, ਇਹ ਕਿੱਦਾਂ ਰਿਹਾ ਤੇ ਕਿੱਥੇ ਤੱਕ ਹੁਣ ਜੀ ਜਾਣਦੇ ਆ ਕਿ ਤੁਸੀਂ ਕਿੱਥੇ ਹੋਰ ਜਗ੍ਹਾ 'ਤੇ ਜਾ ਕੇ ਖੂਨਦਾਨ ਕਰਨਾ ਹੈ? ਜੀ ਇਹ ਬੜੇ ਅਪ ਡਾਊਨਸ ਰਹੇ ਜੀ। ਜਨੂਨ ਸੀਗਾ ਇੱਕ ਮਨ ਦੇ ਵਿੱਚ, ਕਿਸੇ ਦੀ ਸੇਵਾ ਭਾਵ ਸੀਗਾ ਮਨ ਦੇ ਵਿੱਚ ਕਿ ਕਿਸੇ ਦੀ ਸੇਵਾ ਕਰਨੀ ਹੈ, ਕਿਸੇ ਨੂੰ ਪ੍ਰੋਬਲਮ 'ਚ ਦੇਖਦਾ ਸੀਗਾ। ਇੱਕ ਮੈਨੂੰ ਯਾਦ ਹੈ ਮੇਰਠ ਤੋਂ ਇੱਕ ਮੁਹੰਮਦਨ ਸੀਗਾ, ਮੈਂ ਆਪਣੀ ਵਾਈਫ ਨਾਲ PGI ਕਿਸੇ ਨੂੰ ਦੇਖਣ ਗਿਆ ਹੋਇਆ ਸੀਗਾ ਤੇ ਉਹ ਬੜਾ ਪਰੇਸ਼ਾਨ ਜਿਹਾ ਘੁੰਮ ਰਿਹਾ ਸੀ। ਮੈਂ ਉਹਨਾਂ ਨੂੰ ਪੁੱਛਿਆ ਖਾਨ ਸਾਹਿਬ ਕਿਆ ਬਾਤ? ਉਹਨਾਂ ਨੇ ਫਿਰ ਦੱਸਿਆ ਕਿ ਮੈਨੂੰ ਬਲੱਡ ਨਹੀਂ ਮਿਲ ਰਿਹਾ, ਮੇਰੀ ਕੋਈ ਜਾਣ ਪਛਾਣ ਨਹੀਂ, ਮੈਂ ਮੇਰਠ ਤੋਂ ਆਇਆ, ਆਊਟਸਾਈਡਰ ਹੈ। ਗੱਲ ਹੈ ਮੇਰੇ ਖਿਆਲ ਕੋਈ 30-35 ਸਾਲ ਪਹਿਲੇ ਦੀ। ਸੋ ਉਹਨੂੰ ਜੋ ਉੱਥੇ ਉਹਨੂੰ ਪਰੇਸ਼ਾਨ ਦੇਖਿਆ ਮੈਂ ਕਿਹਾ ਤੁਸੀਂ ਕੱਲ੍ਹ ਸਵੇਰੇ 9-9:15 ਵਜੇ ਮੈਨੂੰ ਸਵੇਰੇ ਮਿਲਿਓ। ਇਹ ਰਾਤ ਦਾ ਟਾਈਮ ਸੀ, ਕੋਈ 7-7:30 ਵਜੇ ਦਾ। ਤੇ ਸਵੇਰੇ ਮੈਂ ਉਹਨਾਂ ਨੂੰ ਫਿਰ ਆਪਣਾ ਬਲੱਡ ਡੋਨੇਟ ਕਰਕੇ ਉਹਨਾਂ ਨੂੰ ਡੋਨੇਸ਼ਨ ਦਿੱਤੀ ਤੇ ਉਹ ਪਤਾ ਨਹੀਂ ਕਿਆ ਬਲੈਸਿੰਗ ਜਦੋਂ ਦਿੱਤੀਆਂ ਉਹਨੇ, ਫਿਰ ਮੈਨੂੰ ਫੀਲਿੰਗ ਆਈ ਯਾਰ ਇਹ ਤਾਂ ਬੜਾ ਅੱਛਾ ਕੰਮ ਹੈ। ਸੋ ਉਸ ਤੋਂ ਬਾਅਦ ਕੰਟੀਨਿਊਟੀ ਬਣਦੀ ਗਈ, ਮੈਂ ਕਰਦਾ ਰਿਹਾ ਰੈਗੂਲਰ ਬਲੱਡ ਡੋਨੇਸ਼ਨ। ਬਾਕੀ ਰਿਹਾ ਜਿਹੜਾ ਮਿਸ਼ਨ ਕਸ਼ਮੀਰ ਟੂ ਕੰਨਿਆ ਕੁਮਾਰੀ, ਉਹ ਮੇਰੇ ਮਨ 'ਚ ਆਇਆ ਕਿ ਜਿਹੜੀ ਜਦੋਂ ਮੇਰੀ ਸੈਂਚੁਰੀ ਡੋਨੇਸ਼ਨ ਪੂਰੀਆਂ ਹੋ ਗਈਆਂ PGI, 100 ਡੋਨੇਸ਼ਨਸ ਹੋ ਚੁੱਕੀਆਂ ਸੀਗੀਆਂ, ਫਿਰ ਮੇਰੇ ਮਨ 'ਚ ਆਇਆ ਕਿ ਕੋਈ ਡਿਫਰੈਂਟ ਕਰਾਂ ਕਿ ਇਹ ਤਾਂ ਭੇਡ ਚਾਲ ਹੋਏਗੀ। ਮੈਂ 100 ਵਾਰੀ ਕਰਤਾ, 110 ਵਾਰੀ ਕਰਤਾ, 150 ਵਾਰੀ ਕਰਤਾ। ਇੱਕ ਡਿਫਰੈਂਟ ਵੇ ਨਾਲ ਜਾਵਾਂ ਤੇ ਲੋਕਾਂ ਨੂੰ ਇੱਕ ਲੈਸਨ ਮਿਲੇ ਔਰ ਐਗਜ਼ਾਮਪਲ ਮਿਲੇ ਕਿ ਇਹ ਮਿਸਟਰ ਰਣਦੀਪ ਬੱਤਾ ਕੁਝ ਡਿਫਰੈਂਟ ਕਰ ਰਿਹਾ।
ਉਸ ਵੇ ਨਾਲ ਫਿਰ ਮੈਂ ਇੱਕ ਮਿਸ਼ਨ ਕਸ਼ਮੀਰ ਟੂ ਕੰਨਿਆ ਕੁਮਾਰੀ, ਮੇਰੀ ਵਾਈਫ ਦਾ ਬਰਥਡੇ ਸੀਗਾ ਤੇ ਅਸੀਂ ਸ਼੍ਰੀਨਗਰ ਗਏ। ਉਸ ਵੇਲੇ ਸਾਡੀ ਸਿਲਵਰ ਜੂਬਲੀ ਮੈਰਿਜ ਯੂਨੀਵਰਸਿਟੀ ਸੀ ਔਰ ਉਸੇ ਦੌਰਾਨ ਅਸੀਂ ਹਸਬੈਂਡ ਵਾਈਫ ਨੇ ਦੋਨਾਂ ਨੇ ਪੀਜੀਆਈ ਜਾ ਕੇ ਕੰਪਲੀਟ ਬੋਡੀ ਡੋਨੇਟ ਕੀਤੀ। ਸੋ ਉੱਥੋਂ ਬੜੀ ਐਪਰੀਸ਼ੀਏਸ਼ਨ ਲੈ ਕੇ ਅਸੀਂ ਫਿਰ ਉਹ ਸ਼੍ਰੀਨਗਰ ਗਏ। ਉੱਥੇ ਮੇਰੇ ਮਾਈਂਡ 'ਚ ਆਇਆ ਕਿ ਇੱਥੋਂ ਮੈਂ ਬਲੱਡ ਡੋਨੇਟ ਕਰਕੇ ਸ਼ੁਰੂਆਤ ਕਰਾਂ ਮਿਸ਼ਨ ਕਸ਼ਮੀਰ ਟੂ ਕੰਨਿਆ ਕੁਮਾਰੀ ਦੀ। ਫਿਰ ਮੈਂ ਉੱਥੋਂ ਲੈਂਡ ਕਰਦੇ ਸਾਰੀ ਮੈਂ ਉਹਨਾਂ ਨੂੰ ਆਪਣੇ ਡਰਾਈਵਰ ਨੂੰ ਕਿਹਾ, ਬੇਟਾ ਇੱਕ ਵਾਰੀ ਤੂੰ ਮੈਨੂੰ ਅੱਛੇ ਹਸਪੀਟਲ ਲੈ ਕੇ ਜਾ, ਗੌਰਮੈਂਟ ਹਸਪੀਟਲ। ਸੋ ਨਹਿਰੂ ਹਸਪੀਟਲ ਸੀ ਉੱਥੇ ਜੀ ਸ਼੍ਰੀਨਗਰ। ਉੱਥੇ ਮੇਰੀ ਫਿਰ ਮਿਸ਼ਨ ਕਸ਼ਮੀਰ ਟੂ ਕੰਨਿਆ ਕੁਮਾਰੀ ਦੀ ਸ਼ੁਰੂਆਤ ਹੋਈ। ਉੱਥੇ ਮੇਰੀ ਪਹਿਲੀ ਡੋਨੇਸ਼ਨ ਹੋਈ। ਫਿਰ ਹਰ ਸਟੇਟ ਦੀ ਕੈਪੀਟਲ ਜਾ ਕੇ ਫਿਰ ਮੈਂ ਬਲੱਡ ਡੋਨੇਟ ਕਰਨਾ ਸ਼ੁਰੂ ਕਰਤਾ ਔਰ ਲੋਕਾਂ ਨੂੰ ਮੋਟੀਵੇਟ ਕਰਨਾ ਸ਼ੁਰੂ ਕਰਤਾ ਕਿ ਇਹਦੇ ਨਾਲ ਬਹੁਤ ਫਾਇਦੇ ਹੈ, ਬਹੁਤ ਫਾਇਦੇ ਹੈ। ਔਰ ਕਾਫੀ ਹੱਦ ਤੱਕ ਨਹੀਂ, ਬਹੁਤ ਹੱਦ ਤੱਕ ਮੈਂ ਕਾਮਯਾਬ ਵੀ ਰਿਹਾ ਸਮਝਾਉਣ ਵਾਸਤੇ ਲੋਕਾਂ ਨੂੰ। ਤੇ ਤੁਸੀਂ ਧਾਰਮਿਕ ਸਥਾਨ 'ਤੇ ਵੀ ਜਾ ਕੇ ਬਲੱਡ ਡੋਨੇਸ਼ਨ ਕੀਤੀ ਹੈ? ਜੀ, ਇਹ ਮੈਂ 2 ਸਾਲ ਪਹਿਲੇ ਕਰੋਨਾ ਦੇ ਆਸ-ਪਾਸ ਆਲਮੋਸਟ ਖਤਮ ਸੀ ਕਰੋਨਾ, ਤੇ ਮੈਂ ਆਪਣੀ ਫੈਮਿਲੀ ਨਾਲ ਸ਼ਿਰਡੀ ਸਾਈਂ ਦਰਬਾਰ ਗਿਆ ਸੀਗਾ। ਸੋ ਉੱਥੇ ਉਹਨਾਂ ਦੀ ਐਸੋਸੀਏਸ਼ਨ ਜਿਹੜੀ ਮਿਲੀ, ਉਹਨਾਂ ਨੂੰ ਕਿਸੇ ਗੱਲਾਂ ਬਾਤਾਂ 'ਚ ਪਤਾ ਲੱਗਿਆ ਕਿ ਮੈਂ ਇਸ ਟਾਈਪ ਦਾ ਬਲੱਡ ਡੋਨਰ ਹਾਂ। ਉਹਨਾਂ ਨੂੰ ਏਅਰਪੋਰਟ 'ਤੇ ਵੀ ਪਤਾ ਲੱਗਿਆ ਕਿ ਇਹ ਬਲੱਡ ਡੋਨਰ ਬੰਦਾ ਇਸ ਸਫ਼ਰ ਕਰ ਰਿਹਾ। ਸੋ ਉਹਨਾਂ ਨੇ ਮੈਨੂੰ ਇੱਕ ਰਿਕੁਐਸਟ ਕੀਤੀ ਕਿ ਕੋਈ ਐਸੀ ਓਕੇਜ਼ਨ ਚੁਣਨਾ ਕਿ ਇੱਕ ਅੱਛੀ ਡੋਨੇਸ਼ਨ ਕਰਨ ਤੁਸੀਂ ਇੱਥੇ ਸਪੈਸ਼ਲ ਆਓ। ਫਿਰ ਮੇਰੇ ਮਾਈਂਡ 'ਚ ਆਇਆ ਕਿ ਮੈਂ ਜਦੋਂ 150ਵੀਂ ਡੋਨੇਸ਼ਨ ਹੋਊਗੀ ਫਿਰ ਮੈਂ ਇੱਥੇ ਸਾਈਂ ਦਰਬਾਰ ਆਊਂਗਾ। ਸੋ ਮੈਂ ਉਹ ਸਾਈਂ ਦਰਬਾਰ ਜਾ ਕੇ 1 ਜਨਵਰੀ ਨੂੰ ਬਲੱਡ ਡੋਨੇਸ਼ਨ ਕਰਕੇ ਆਇਆ। ਸੋ ਉਹਨਾਂ ਦੇ CEO ਨੇ, ਸਾਰੀ ਟੀਮ ਨੇ ਬਹੁਤ ਅੱਛੇ ਤਰੀਕੇ ਨਾਲ ਮੈਨੂੰ ਬਲੈਸਿੰਗਸ ਦਿੱਤੀਆਂ ਔਰ ਬੜੇ ਅੱਛੇ ਤਰੀਕੇ ਨਾਲ ਦਰਸ਼ਨ ਕਰਵਾ ਕੇ ਉਹਨਾਂ ਨੇ ਉਸ ਪ੍ਰੈਮਿਸਿਸ ਦੇ ਵਿੱਚ ਮੇਰੀ ਡੋਨੇਸ਼ਨ ਲਈ। ਜਿੱਦਾਂ ਇੱਕ ਧਾਰਨਾ ਹੈ ਕਿ ਖੂਨਦਾਨ ਕਰਦੇ ਆ ਤਾਂ ਸਰੀਰ 'ਚ ਕੋਈ ਕਮੀ ਆਉਂਦੀ ਹੈ, ਤਾਂ ਉਹਦੇ ਬਾਰੇ ਦੱਸੋ ਕਿ ਲੋਕਾਂ ਨੂੰ ਅਵੇਅਰ ਕਰੋ ਕਿ ਕਿਸ ਤਰ੍ਹਾਂ ਖੂਨਦਾਨ ਦੇਣ ਨਾਲ ਤੁਹਾਨੂੰ ਕਦੀ ਕੋਈ ਕਮੀ ਮਹਿਸੂਸ ਹੋਈ ਹੈ? ਨਹੀਂ, ਇਹ ਸਾਰੀ ਮਾਈਂਡ ਸੈਟਅਪ ਚੀਜ਼ ਹੈ। ਤੁਸੀਂ ਸੋਚੋਗੇ ਤੇ ਤੁਹਾਨੂੰ ਕੋਈ ਵੀਕਨੈਸ ਫੀਲ ਹੋਏਗੀ, ਅਦਰਵਾਈਜ਼ ਕੋਈ ਵੀਕਨੈਸ ਦਾ ਇਹਦੇ ਚਾਂਸ ਨਹੀਂ ਹੈ। ਕੋਈ ਵੀਕਨੈਸ ਦਾ ਮਤਲਬ ਹੀ ਨਹੀਂ ਕੋਈ ਤੁਹਾਡੇ ਮਾਈਂਡ 'ਚ ਵੀਕਨੈਸ ਆਵੇ, ਬਲਕਿ ਤੁਹਾਡੀ ਸਰਵਿਸਿੰਗ ਹੁੰਦੀ ਹੈ ਸਰੀਰ ਦੀ। ਤੁਹਾਡਾ ਪੁਰਾਣਾ ਬਲੱਡ ਨਿਕਲਦਾ ਹੈ, ਨਵਾਂ ਬਲੱਡ ਬਣਦਾ ਹੈ। ਕੋਈ ਵੀ ਚੀਜ਼ ਤੁਸੀਂ ਖਾਂਦੇ ਹੈ ਔਰ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਲੱਗਦੀ ਹੈ ਔਰ ਤੁਹਾਨੂੰ ਬਿਲਕੁਲ ਐਕਟਿਵਨੈਸ ਰਹਿੰਦੀ ਹੈ। ਕੋਈ ਤੁਸੀਂ ਰੂਟੀਨ ਖਾਣਾ ਖਾਓ, ਕੋਈ ਇਹ ਨਹੀਂ ਸਪੈਸ਼ਲ ਡਾਈਟ ਲੈਣੀ ਹੈ, ਕੋਈ ਪ੍ਰੋਟੀਨ ਲੈਣਾ, ਕੋਈ ਪ੍ਰੋਟੀਨ। ਮੈਂ ਉਹੀ ਦਾਲ ਫੁਲਕਾ ਖਾਣਾ ਬੜੇ ਅੱਛੇ ਤਰੀਕੇ ਨਾਲ, ਲੇਕਿਨ ਅੱਛੇ ਤਰੀਕੇ ਨਾਲ ਸਿਸਟਮ ਨਾਲ ਖਾਣਾ ਹੈ। ਤੇ ਤੁਸੀਂ ਹਰ 3 ਮਹੀਨੇ ਬਾਅਦ ਬਲੱਡ ਡੋਨੇਟ ਕਰਦੇ ਹੋ? ਜੀ, ਹਰ 3 ਮਹੀਨੇ ਬਾਅਦ ਮੈਂ ਬਲੱਡ ਡੋਨੇਟ ਕਰਦਾ ਹਾਂ। ਔਰ ਜਿਹੜਾ ਸੈਂਟਰ ਵਾਲਾ ਮਹੀਨਾ ਹੁੰਦਾ ਉਹ 1 ਮਹੀਨੇ ਤੋਂ ਲੈ ਕੇ 3 ਮਹੀਨੇ ਦਾ ਜਿਹੜਾ ਸੈਂਟਰ ਵਾਲਾ ਮਹੀਨਾ ਹੋਣਾ, ਉਹ 1 2 3 ਅਕੋਰਡਿੰਗ ਟੂ ਡਿਮਾਂਡ ਮੈਂ ਪਲੇਟਲੈਟਸ ਵੀ ਡੋਨੇਟ ਕਰਦਾ। ਤੇ ਤੁਸੀਂ ਜਦੋਂ ਤੁਸੀਂ ਬਲੱਡ ਡੋਨੇਟ ਕਰਨ ਲੱਗੇ ਹੋ, ਤੁਹਾਡੀ ਸਾਰੇ ਤੁਸੀਂ ਇੱਕ ਤਰ੍ਹਾਂ ਦਾ ਸੈਲੀਬ੍ਰਿਟੀ ਬਣ ਗਏ, ਤੇ ਤੁਹਾਨੂੰ ਕਿੱਥੇ ਮਿਲ ਕੇ ਤੁਹਾਨੂੰ ਹੋਰ ਸਟੇਟ 'ਚ ਬੁਲਾਇਆ ਗਿਆ ਤੇ ਤੁਹਾਨੂੰ ਕਿਹੜੇ ਓਨਰ ਮਿਲੇ ਨੇ? ਜੀ, ਮੈਨੂੰ ਕਈ ਵਾਰੀ CM ਹਿਮਾਚਲ 2-3 ਵਾਰੀ ਅਲੱਗ-ਅਲੱਗ ਜਿਹੜੇ CM ਚੇਂਜ ਹੋ ਕੇ ਆਏ ਉਹਨਾਂ ਨੇ ਆਨਰ ਕੀਤਾ। ਕਈ ਗਵਰਨਰਸ ਨੇ ਆਨਰ ਕੀਤਾ। ਮੈਂ ਕਿਹਾ 11-12 ਗਵਰਨਰਸ ਡਿਫਰੈਂਟ ਕੈਟਾਗਰੀ ਦੇ ਮੈਨੂੰ ਅਲੱਗ-ਅਲੱਗ ਆਨਰ ਕਰ ਚੁੱਕੇ ਹੈ। ਔਰ ਹਰਿਆਣਾ ਗਵਰਨਮੈਂਟ ਨੇ ਮੈਨੂੰ 골ਡ ਮੈਡਲ ਨਾਲ ਵੀ ਸਨਮਾਨਿਤ ਕੀਤਾ ਜੀ। ਤੇ ਤੁਸੀਂ ਜੋ ਬਲੱਡ ਡੋਨੇਸ਼ਨ ਦੀ ਜਿਹੜੀ ਤੁਸੀਂ ਪ੍ਰਕਿਰਿਆ ਸ਼ੁਰੂ ਕੀਤੀ ਹੈ, ਉਹਦੇ ਨਾਲ ਤੁਸੀਂ ਹੋਰ ਕਿਸ ਨੂੰ ਜੋੜਿਆ ਆਪਣੇ ਨਾਲ, ਫੈਮਿਲੀ ਦੇ ਨਾਲ, ਜਾਂ ਜਿਹੜੇ ਤੁਸੀਂ ਦੱਸਦੇ ਕੰਮ ਕਰਨ ਵਾਲੇ ਬੰਦਿਆਂ ਨਾਲ ਜਿਹੜੇ ਹੈਗੇ ਆ? ਇਹ ਡੋਨੇਸ਼ਨ ਜਦੋਂ ਹੁੰਦੀਆਂ ਗਈਆਂ ਇਮੀਡੀਏਟ ਨੈਚੁਰਲੀ ਫੈਮਿਲੀ ਦੇ ਨਾਲ ਅਟੈਚ ਹੁੰਦਾ ਹੈ। ਮੇਰੇ ਨੈਫਿਊ ਹੈ, ਉਹ ਯੰਗਸਟਰ ਸੀਗੇ, ਉਸ ਲਈ ਮੈਂ ਉਹਨਾਂ ਨੂੰ ਕਿਹਾ ਕਿ ਬੇਟਾ ਡੋਨੇਟ ਕਰੋ। ਉਹਦੇ ਬੱਤਾ ਹੈ, ਉਹਨਾਂ ਨੇ ਡੋਨੇਸ਼ਨ ਕੀਤੀ। ਅੱਜ ਉਹ 55 ਵਾਰੀ ਬਲੱਡ ਡੋਨੇਟ ਕਰ ਚੁੱਕੇ ਹੈ। ਫਿਰ ਮੈਂ ਆਪਣੇ ਬੇਟੇ ਨੂੰ ਕਿਹਾ, ਬੇਟਾ ਮੇਰਾ ਸਿਧਾਰਥ ਬੱਤਾ, ਉਹ ਰੈਗੂਲਰ ਡੋਨੇਸ਼ਨ ਕਰ ਰਿਹਾ ਔਰ 15 ਟਾਈਮ ਪਲੱਸ ਉਹ ਵੀ ਡੋਨੇਸ਼ਨ ਕਰ ਚੁੱਕਾ ਹੈ। ਫਿਰ ਮੇਰੇ ਨੈਫਿਊ ਦੀ ਜਿਹੜੀ ਵਾਈਫ ਸੀਗੀ ਮੋਨਾ, ਉਹਨਾਂ ਨੂੰ ਵੀ ਕਿਹਾ ਬਲੱਡ ਡੋਨੇਟ ਬੇਟਾ ਕਰਿਆ ਕਰੋ, ਉਹਨੇ ਵੀ ਡੋਨੇਸ਼ਨ ਸ਼ੁਰੂ ਕੀਤੀ। ਫਿਰ ਮੇਰੀ ਆਪਣੀ ਡਾਟਰ ਇਨ ਲਾ, ਜਦੋਂ ਆਫਟਰ ਮੈਰਿਜ ਬੇਟੇ ਦੀ ਮੈਰਿਜ ਹੋਈ 2 ਸਾਲ ਪਹਿਲੇ, 2.5 ਸਾਲ ਪਹਿਲੇ, ਸੋ ਬੇਟੀ ਆਈ ਕਹਿੰਦੀ ਪਾਪਾ ਮੈਂ ਵੀ ਡੋਨੇਟ ਕਰੂੰਗੀ। ਫਿਰ ਮਨਸਾ ਦੇਵੀ ਮੰਦਿਰ ਹੈ ਸਾਡੇ ਇੱਥੇ, ਉੱਥੇ ਕੈਂਪ ਲੱਗਦਾ ਰੈਗੂਲਰ, ਸੋ ਉੱਥੇ ਉਸਨੇ ਵੀ ਡੋਨੇਸ਼ਨ ਕੀਤੀ। ਸੋ ਸਾਰੀ ਫੈਮਿਲੀ ਔਰ ਫਰੈਂਡ ਸਰਕਲ ਦੇ ਤਾਂ ਮੇਰੇ ਖਿਆਲ 40-45 ਐਸੇ ਦੋਸਤ ਹੈ, ਸਾਥੀ ਹੈ, ਜਿਹੜੇ ਕੋਈ 25 ਵਾਰੀ, ਕੋਈ 40 ਵਾਰੀ, ਕੋਈ 30 ਵਾਰੀ ਡੋਨੇਸ਼ਨ ਕਰ ਚੁੱਕੇ ਹੈ। ਜਿੱਦਾਂ ਅਜੇ ਬੰਸਲ ਹੈ, ਬੜਾ ਅੱਛਾ ਸਮਾਰਟ ਬਲੱਡ ਡੋਨਰ ਹੈ, ਉਹਨੇ ਵੀ ਬਲੱਡ ਡੋਨੇਸ਼ਨ ਅੱਛੀ ਕੀਤੀ। ਵਰਿੰਦਰ ਸ਼ਰਮਾ ਤੁਹਾਨੂੰ ਮਿਲਿਆ ਹੋ, ਵਰਿੰਦਰ ਸ਼ਰਮਾ, ਉਹ 75 ਟਾਈਮ ਬਲੱਡ ਡੋਨੇਟ ਕਰ ਚੁੱਕਾ। ਮੇਰੇ ਨਾਲ ਸ਼ਿਰਡੀ ਜਾ ਕੇ ਬਲੱਡ ਡੋਨੇਟ ਕਰਕੇ ਆਇਆ। ਸੋ ਇੱਦਾਂ ਕਈ ਬਹੁਤ ਬੱਚੇ ਜੁੜਦੇ ਗਏ, ਨਾਲ ਜੁੜਦੇ ਗਏ। ਮੇਰੇ ਖਿਆਲ 40 ਤੋਂ 50 ਬੱਚੇ ਐਸੇ ਹੋਣੇ ਹੈ ਜਿਹੜੇ ਰੈਗੂਲਰ ਮੇਰੇ ਨਾਲ ਡੋਨੇਟ ਕਰ ਰਹੇ ਹੋ। ਮੈਂ ਉਹਨਾਂ ਨੂੰ ਹਾਲੇ ਵੀ ਫੋਨ ਕਰਕੇ ਕਹਿੰਦਾ ਤੇਰੀ ਡੋਨੇਸ਼ਨ ਕੰਪਲੀਟ ਹੋ ਗਈ? ਉਹਨਾਂ ਨੇ ਹਾਂਜੀ ਸਰ ਹੋ ਗਈ। ਨਹੀਂ ਉਦੋਂ ਡਿਊ ਹੈ, ਉਦੋਂ ਡਿਊ। ਉਹਨਾਂ ਨੂੰ ਮੋਟੀਵੇਟ ਕਰਦਾ ਰਹਿੰਦਾ। ਲੇਕਿਨ ਹੁਣ ਉਹ ਟਰੈਕ 'ਤੇ ਚੱਲ ਪਏ, ਆਪਣੇ ਆਪ ਲਿਆਂਦੇ, ਉਹ ਅੱਗੇ ਡੋਨੇਸ਼ਨ ਲੈ ਕੇ ਆਉਂਦੇ ਆ ਜੀ ਬੱਚਿਆਂ ਦੀ। ਤੇ ਤੁਸੀਂ ਦੱਸਿਆ ਸੀਗਾ ਕਿ ਤੁਹਾਡੀ ਜਿਹੜੀ ਬੇਟੀ ਹੈਗੀ ਹੈ ਉਹ ਵੀ ਬਲੱਡ ਡੋਨਰਸ ਡੇ ਦੇ? ਹਾਂਜੀ, ਮੇਰੀ ਬਿਟੀਆ ਦਾ ਬਰਥ 14 ਜੂਨ ਵਰਲਡ ਬਲੱਡ ਡੋਨੇਸ਼ਨ ਡੇ ਵਾਲੇ ਦਿਨ ਹੁੰਦਾ ਹੈ ਜੀ। ਸੋ ਇਹ ਮੇਰੇ ਵਾਸਤੇ ਬੜੀ ਪ੍ਰਾਊਡ ਦੀ ਗੱਲ ਹੈ ਜੀ। ਉਹ ਬੜੀ ਖੁਸ਼ ਹੁੰਦੀ ਹੈ। ਮੈਂ ਹਰ ਉਸ ਬਲੱਡ ਡੋਨੇਸ਼ਨ ਡੇ ਵਾਸਤੇ ਸਪੈਸ਼ਲ ਕਿਤੇ ਜਗ੍ਹਾ 'ਤੇ ਜਾਣਾ, ਕਿਸੇ ਅੱਛੀ ਸਟੇਟ 'ਤੇ ਜਾਣਾ, ਜਦੋਂ ਵੀ ਨਿਕਲਦਾ ਉਹ ਟਾਈਮ ਜ਼ਰੂਰ ਮੈਂ ਰੱਖਦਾ ਜੀ 14 ਜੂਨ ਨੂੰ ਮੈਂ ਬਲੱਡ ਡੋਨੇਟ ਜ਼ਰੂਰ ਕਰਨਾ ਹੈ।
ਤੇ ਤੁਸੀਂ ਹੁਣ ਇਹ ਵੀ ਜਿਹੜੇ ਹੈਗੀ ਹੈ ਹੁਣ ਤੁਹਾਡਾ ਹੋਰ ਲਕਸ਼ਯ ਕੀ ਹੈ, ਤੁਸੀਂ ਹੋਰ ਕਿੱਥੇ ਤੱਕ ਜਾਣਾ ਚਾਹੁੰਦੇ ਹੋ, ਕਦੋਂ ਤੱਕ ਬਲੱਡ ਡੋਨੇਟ ਕਰਨਾ? ਮੈਂ 18 ਸਟੇਟਾਂ ਕਵਰ ਕਰ ਚੁੱਕਿਆ ਜੀ, ਹੁਣ 19ਵੀਂ ਸਟੇਟ ਮੈਂ ਐਜ਼ ਵੈਲ ਮਿਜ਼ੋਰਮ ਜਾਊਂਗਾ, ਸੋ ਉੱਥੇ ਕਰੂੰਗਾ। ਇਹ ਕੰਪਲੀਟ 29 ਸਟੇਟਸ ਹੈਗੀਆਂ, ਇਹ ਕੰਪਲੀਟ ਕਰ ਲਵਾਂ। ਫਿਰ ਉਸ ਤੋਂ ਬਾਅਦ ਲੋਕਾਂ ਨੂੰ ਮੋਟੀਵੇਟ ਕਰਨ ਵਾਸਤੇ ਤਾਂ ਹਰ ਕੈਂਪ 'ਚ ਤਕਰੀਬਨ ਜਿੱਥੇ ਡਿਮਾਂਡ ਆਉਂਦੀ ਹੈ ਮੈਂ ਜਾਂਦਾ ਰੈਗੂਲਰ ਜੀ। ਇਹ ਸੀ ਰਣਦੀਪ ਬੱਤਾ ਜੀ, ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਨੇ ਬਲੱਡ ਡੋਨੇਸ਼ਨ ਨੂੰ ਆਪਣਾ ਇੱਕ ਮਿਸ਼ਨ ਬਣਾਇਆ ਹੋਇਆ ਹੈ ਤੇ ਉਹਦੇ ਨਾਲ ਉਹ ਇਹ ਵੀ ਦੇਖਦੇ ਆ ਕਿ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ, ਦੋਸਤ ਨੇ, ਮਿੱਤਰ ਨੇ, ਕੰਮ ਕਰਨ ਵਾਲੇ ਬੰਦੇ ਆ, ਉਹ ਵੀ ਕਿਸ ਤਰ੍ਹਾਂ ਨਾਲ ਬਲੱਡ ਡੋਨੇਸ਼ਨ ਵੱਲ ਵਧਣ, ਤਾਂ ਕਿ ਜਿਹੜਾ ਰਗਤਦਾਨ ਮਹਾਦਾਨ ਦਾ ਜਿਹੜਾ ਨਾਅਰਾ ਹੈਗਾ ਉਹ ਹਰ ਘਰ ਤੱਕ ਪਹੁੰਚਾਇਆ ਜਾ ਸਕੇ। ਹਾਂਜੀ, ਮੈਂ ਨੀਲੂ ਬੱਤਾ, ਰਣਦੀਪ ਬੱਤਾ ਦੀ ਵਾਈਫ ਹਾਂ ਅਤੇ ਇਹ ਬਲੱਡ ਡੋਨੇਸ਼ਨ ਮਿਸ਼ਨ ਨਾਲ ਜੁੜੇ ਹੋਏ ਨੇ ਅਤੇ ਸਾਨੂੰ ਸਾਰੀ ਫੈਮਿਲੀ ਨੂੰ ਬਹੁਤ ਅੱਛਾ ਲੱਗਦਾ ਹੈ, ਬਹੁਤ ਪ੍ਰਾਊਡ ਫੀਲ ਹੁੰਦਾ ਹੈ। ਕਈ ਅਨਨੋਨ ਬੰਦੇ ਜਦੋਂ ਸਾਨੂੰ ਰੁਕ ਕੇ ਕਹਿੰਦੇ ਨੇ ਕਿ ਹਾਂ ਤੁਸੀਂ ਰਣਦੀਪ ਬੱਤਾ ਦੀ ਵਾਈਫ ਹੋ, ਅੱਜ ਉਹਨਾਂ ਦਾ ਨਿਊਜ਼ਪੇਪਰ ਦੇ ਵਿੱਚ ਨਾਮ ਆਇਆ ਹੈ ਔਰ ਬੜਾ ਅੱਛਾ ਕੰਮ ਕਰ ਰਹੇ ਨੇ, ਅੰਦਰੋਂ ਬੜਾ ਅੱਛਾ ਫੀਲ ਹੁੰਦਾ ਹੈ ਕਿ ਉਹ ਚਲੋ ਇੱਕ ਅੱਛਾ ਭਲਾਈ ਦਾ ਕੰਮ ਕਰ ਰਹੇ ਨੇ। ਉਹਨਾਂ ਦਾ ਬਲੱਡ ਕਈਆਂ ਲੋਕਾਂ ਲਈ ਜਦੋਂ ਕਹਿੰਦੇ ਨਾ ਜ਼ਰੂਰਤਮੰਦ ਦੀ ਜ਼ਰੂਰਤਾਂ ਪੂਰੀਆਂ ਕਰਦਾ ਹੈ ਅਤੇ ਉਸ ਵੇਲੇ ਮਨ 'ਚ ਅੱਛਾ ਲੱਗਦਾ ਹੈ ਕਿ ਹਾਂ ਇਹ ਇੱਕ ਅੱਛਾ ਕੰਮ ਕਰ ਰਹੇ ਨੇ ਲਾਈਫ ਦੇ ਵਿੱਚ। ਅਤੇ ਬਾਕੀ ਉਹਨਾਂ ਦੀ ਮੇਰੀਆਂ ਜਿਹੜੀਆਂ ਡਿਊਟੀਜ਼ ਹੈ, ਉਹਨਾਂ ਦੀ ਹੈਲਥ ਦਾ ਧਿਆਨ ਰੱਖਣਾ, ਉਹ ਮੈਂ ਆਪਣੇ ਵੱਲੋਂ ਪੂਰਾ ਕਰਦੀ ਹਾਂ ਕਿ ਉਹਨਾਂ ਨੂੰ ਕੋਈ ਇੱਦਾਂ ਦੀ ਚੀਜ਼ ਨਾ ਹੋਵੇ। ਪਰ ਇਹਨਾਂ ਦੇ ਅਕੋਰਡਿੰਗਲੀ ਕਿ ਕਦੀ ਵੀ ਬਲੱਡ ਦੇਣ ਨਾਲ ਵੀਕਨੈਸ ਨਹੀਂ ਹੁੰਦੀ ਔਰ ਨਾ ਹੀ ਕੋਈ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਕਿ ਹਾਂ ਵੀ ਮੈਂ ਬਿਮਾਰ ਹਾਂ ਜਾਂ ਕੁਛ ਆ। ਅਤੇ ਇਸ ਕਰਕੇ ਮੈਨੂੰ ਵੀ ਅੱਛਾ ਲੱਗਦਾ ਹੈ ਕਿ ਉਹਨਾਂ ਦੀ ਹੈਲਥ ਠੀਕ ਹੈ ਔਰ ਆਪਣੇ ਵੱਲੋਂ ਪਰ ਜਿਹੜੀਆਂ ਡਿਊਟੀਜ਼ ਹੈ ਅਸੀਂ ਉਹਨਾਂ ਦਾ ਖਾਣਾ ਪੀਣਾ ਪ੍ਰੋਪਰ ਰੱਖਦੇ ਹਾਂ। ਬਾਕੀ ਅੱਛਾ ਕੰਮ ਕਰ ਰਹੇ ਨੇ ਔਰ ਆਪਾਂ ਨੂੰ ਵੀ ਅੱਛਾ ਲੱਗਦਾ ਹੈ ਕਿ ਹਾਂ ਇਹਨਾਂ ਦੇ ਨਾਲ ਆਪਣੀ ਵੀ ਥੋੜ੍ਹੀ ਜਿਹੀ ਕਹਿੰਦੇ ਨਾ ਇਸ ਸਮਾਜ 'ਚ ਥੋੜ੍ਹੀ ਇੱਜ਼ਤ ਕਹਿ ਲਓ ਔਰ ਥੋੜ੍ਹੀ ਰਿਸਪੈਕਟ ਸਾਨੂੰ ਵੀ ਨਾਲ ਮਿਲ ਜਾਂਦੀ ਹੈ ਅਤੇ ਅਸੀਂ ਹਮੇਸ਼ਾ ਇਹਨਾਂ ਨੂੰ ਸਾਰੀ ਫੈਮਿਲੀ ਐਪਰੀਸ਼ੀਏਟ ਕਰਦੇ ਹਾਂ ਕਿ ਅੱਛਾ ਕੰਮ ਕਰ ਰਹੇ। ਮੈਂ ਵਿਮਲ ਖੋਸਲਾ, ਇਹ ਮੇਰਾ ਰਣਦੀਪ ਬੱਤਾ ਮੇਰਾ ਭਤੀਜਾ ਜੀ। ਇਹ ਹਰ ਜਗ੍ਹਾ ਜਾ ਕੇ ਇੱਥੇ ਲੋਕਲ ਚੰਡੀਗੜ੍ਹ ਦੇ ਵਿੱਚ PGI 'ਚ ਬਲੱਡ ਦਿੰਦਾ ਰਿਹਾ। ਹੁਣ ਇਹਨੇ ਸੋਚਿਆ ਕਿ ਮੈਂ ਬਾਹਰਲੀਆਂ ਸਟੇਟਾਂ 'ਚ ਵੀ ਜਾ ਕੇ ਬਲੱਡ ਦੇਵਾਂ ਔਰ ਆਪਣਾ ਹਿੰਦੁਸਤਾਨ ਦੀ ਹਰ ਕੈਪੀਟਲ ਦੇ ਵਿੱਚ ਜਾ ਕੇ ਆਪਣਾ ਬਲੱਡ ਡੋਨੇਟ ਕਰਾਂ। ਅਜੇ ਤੱਕ 18 ਸਟੇਟਾਂ ਕਵਰ ਕਰ ਚੁੱਕਾ ਹੈ ਔਰ ਪਲੇਟਲੈਟ ਵੀ ਦੇ ਰਿਹਾ। ਕੋਵਿਡ ਦੇ ਵਿੱਚ ਵੀ ਜਾ ਕੇ, ਇਹ ਜਦ ਕਿ ਲੋਕਡਾਊਨ ਲੱਗੇ ਹੋਏ ਸੀ ਤਦ ਵੀ ਜਾ ਕੇ ਡੇਲੀ ਕਿਤੇ ਪਲੇਟਲੈਟ ਕਿਤੇ ਬਲੱਡ ਡੋਨੇਟ ਕਰਦਾ ਰਿਹਾ। PGI ਵਾਲਿਆਂ ਨੇ ਇਹਨਾਂ ਨੂੰ ਬਲੱਡ ਮਸ਼ੀਨ ਆਫ ਦਾ ਖਿਤਾਬ ਦਿੱਤਾ, PGI ਦਾ ਖਿਤਾਬ ਦਿੱਤਾ। ਮੇਰਾ ਨਾਮ ਨਿਰਮਲ ਖੋਸਲਾ, ਬੱਤਾ ਜੀ ਸਾਡੇ ਫੈਮਿਲੀ ਦੇ ਮੈਂਬਰ ਨੇ ਔਰ ਅਜ਼ੀਜ਼ ਨੇ, ਲੇਕਿਨ ਨਾਂ ਜਿਹੜਾ ਰੋਸ਼ਨ ਕੀਤਾ ਫੈਮਿਲੀ ਤੋਂ ਸਭ ਤੋਂ ਜ਼ਿਆਦਾ ਇਹਨੇ ਉੱਤੇ ਕੀਤਾ। ਬਚਪਨ 'ਚ ਸ਼ਰਾਰਤਾਂ ਵੀ ਕਰਦੇ ਰਹੇ ਨੇ, ਲੇਕਿਨ ਬਲੱਡ ਡੋਨੇਸ਼ਨ ਦੇ ਵਿੱਚ ਪਰਹੈਪਸ ਇਹ ਜ਼ੋਨ ਦੇ ਵਿੱਚ ਮੇਰਾ ਖਰਚਾ ਸਭ ਤੋਂ ਅੱਗੇ ਆ ਔਰ ਹਰ ਸਟੇਟ ਦੇ ਵਿੱਚ ਜਾ ਕੇ ਇਹਨਾਂ ਬਲੱਡ ਡੋਨੇਸ਼ਨ ਕੀਤਾ, ਵਿਚ ਇਜ਼ ਅ ਵੈਰੀ ਰੇਅਰ ਥਿੰਗ। ਰਣਦੀਪ ਬੱਤਾ ਜਿਹੜਾ ਹੈ ਮੇਰਾ ਫਸਟ ਕਜ਼ਨ ਹੈ ਅਤੇ ਸਾਡੇ ਨਾਲ ਸ਼ੁਰੂ ਤੋਂ ਹੀ ਕੰਮ 'ਚ ਨਾਲ ਜੁੜਿਆ ਹੋਇਆ। ਬਾਕੀ ਇਸ ਬੰਦੇ ਬਾਰੇ ਕੀ ਕਹੀਏ, ਇਹ ਬੰਦੇ ਦੇ ਜੋ ਖਾਸੀਅਤ ਹੈ ਉਹ ਸ਼ਾਇਦ ਹੀ ਕਿਸੇ ਬੰਦੇ 'ਚ ਹੋਏ, ਕਿਉਂਕਿ ਆਪਣੇ ਸਰੀਰ ਦਾ ਕੋਈ ਅੰਗ ਕਿਸੇ ਨੂੰ ਦੇਣਾ, ਅਸੀਂ ਖੂਨ ਨੂੰ ਅੰਗ ਹੀ ਕਵਾਂਗੇ। ਹਰ ਤੀਜੇ ਮਹੀਨੇ ਜਾ ਕੇ ਖੂਨ ਦੇਣਾ, ਵੱਡੇ ਬੰਦੇ ਡਰ ਜਾਂਦੇ ਖੂਨ ਦੇਣ ਤੋਂ, ਬਟ ਇਹ ਬੰਦੇ ਦੀ ਕਮਾਲ ਹੈ ਕਿ ਅਸੀਂ ਦੇਖਦੇ ਹਾਂ ਕਿ ਰਾਤੀ ਵੀ ਅਗਰ ਕਿਸੇ ਦਾ ਫੋਨ ਆ ਜਾਂਦਾ ਹੈ ਅਤੇ ਇੱਥੋਂ ਕੰਮ ਤੋਂ ਰਾਤੀ ਵੀ ਆਪਣਾ ਉੱਥੇ PGI ਚੱਲ ਜਾਂਦਾ ਹੈ। ਕਿਸੇ ਨੂੰ ਪਲੇਟਲੈਟ ਚਾਹੀਦੇ ਹੈ, ਕਿਸੇ ਨੂੰ ਬਲੱਡ ਚਾਹੀਦਾ, ਬਟ ਬੰਦਾ ਹੀਰਾ ਹੈ। ਸੋ ਇਹਦਾ ਕੋਈ ਜਵਾਬ ਨਹੀਂ ਹੈ। ਰੱਬ ਇਹਨੂੰ ਸਿਹਤ ਦੇ ਔਰ ਇਹਨੂੰ ਜੋ ਕੰਮ ਇਹ ਕਰਦਾ ਪਿਆ ਇਹ ਕਰਦਾ ਰਹੇ ਜਦ ਤੱਕ ਕਰ ਸਕਦਾ। ਬਾਕੀ ਇਹਨੇ ਆਪਣੀ ਬੋਡੀ ਵੀ ਡੋਨੇਟ ਕੀਤੀ ਹੋਈ ਹੈ ਕਿ ਮੀਆਂ ਬੀਬੀ ਦੋਨਾਂ ਨੇ, ਜਿਹੜੀ ਬੜੀ ਵੱਡੀ ਗੱਲ ਹੈ। ਸੋ ਰੱਬ ਇਹਨੂੰ ਹੋਰ ਤਰੱਕੀ ਦੇ, ਸਿਹਤ ਦੇ ਅਤੇ ਸੇਵਾ ਲੋਕਾਂ ਦੀਆਂ ਕਰਦਾ ਰਹੇ। नमस्कार, मेरा नाम डॉक्टर आर शर्मा है। मैं डिपार्टमेंट ऑफ ट्रांसफ्यूजन मेडिसिन PGI का विभागाध्यक्ष हूँ और आज ये
महाशिवरात्रि का पर्व भी है। और इसके साथ साथ एक हमें बहुत बड़ी खुशी की बात ये है कि आज हमारे बीच में एक हमारे सेंचुरियन डोनर हैं रणदीप बत्ता जी, जो काफ़ी पिछले 2 दशकों से इस ब्लड डोनेशन मुहिम के साथ जुड़े हुए हैं। ये जब भी कभी किसी को रक्त की आवश्यकता होती है तो ये वहाँ पहुँच जाते हैं, और ये आज तक लगभग 150 बार रक्तदान कर चुके हैं, जिसमें से 25 से 30 बार ये प्लेटलेट भी डोनेट कर चुके हैं। जैसे आप जानते हैं कि डेंगी हो जाता है, जब डेंगी के मरीज की प्लेटलेट काउंट्स कम हो जाती हैं, या किसी कैंसर पेशेंट को प्लेटलेट्स की आवश्यकता होती है, तो उसमें हम मशीन के द्वारा, हम होल ब्लड नहीं कलेक्ट करते, मशीन के द्वारा सिर्फ प्लेटलेट्स कलेक्ट करते हैं। सो ये प्लेटलेट भी डोनेट 25 से 30 बार प्लेटलेट भी कर चुके हैं, और बाकी ये होल ब्लड डोनेशंस कर चुके हैं। सो हम अपने डिपार्टमेंट की तरफ से इनको धन्यवाद करते हैं। और उसके अलावा जो ये इनका जो मिशन है एक तरह से कि कश्मीर टू कन्याकुमारी, ये हमारे पास ही नहीं, जगह जगह जाकर, हाँ, हमारे कंट्री में डिफरेंट प्लेसेस पे ब्लड बैंक्स में जाके डोनेट कर चुके हैं। इनका जो मेन मोटिव ये है कि हमें सबको, जो भी एक स्वस्थ, जैसे हम कहते हैं हमारे जो ब्लड डोनेशन क्राइटेरिया है कि 18 से 65 वर्ष के बीच में जो भी कोई स्त्री या पुरुष है वो रक्तदान कर सकते हैं। और इनका मेन मोटिव ये है कि जगह जगह जाके जो रक्तदान के प्रति भ्रांतियाँ जुड़ी हुई हैं वो लोगों के मन से निकाली जाएं, और लोग आगे आएं और रक्तदान करें। इनके साथ इनके परम मित्र वीरेंद्र जी भी हैं, जो भी एक बहुत बड़े मिशन से, उनके मिशन के रूप में काम कर रहे हैं, और वो भी एक रेगुलर ब्लड डोनेशन रक्तदाता हैं। वैसे तो मैंने रक्तदान जो है वो 1995 से शुरू कर दिया था, फिर बीच में काफ़ी बार दिया भी, उसके बाद काफ़ी गैप आ गया था। 2014 में मेरी मुलाकात पहली बार हिमाचल के मंडी में रणदीप बत्ता जी से हुई, जो कि 150 बार रक्तदान कर चुके हैं। तब से लेकर अभी तक जो है वो हम लोग लगभग 38 बार ब्लड जो है वो एक साथ दे चुके हैं। अभी हाल ही में 1 जनवरी के दिन जो है हमने शिरडी साईं दरबार में रक्तदान किया है। मेरी 75वीं डोनेशन थी और इनकी 150वीं। और हम दोनों की जो एक सोच है जो रक्तदान जागरूकता के लिए, उसके पीछे PGIMR के जो हमारे आचार्य हैं डॉक्टर सुचित सचदेव जी, ये कहीं ना कहीं हम लोगों के प्रेरणा स्रोत बने हुए हैं लगातार। और आशा करते हैं कि जैसे हम लोगों के प्रेरणा स्रोत बने हैं मेरे और रणदीप बत्ता जी के, वैसे अन्य जो जितने भी जागरूक लोग हैं जो रक्तदाता हैं, उनके भी प्रेरणा स्रोत PGIMR और डॉक्टर सुचित सचदेव बने रहेंगे। नमस्कार, मैं डॉक्टर सचदेव हूँ, ब्लड बैंक से, PGI चंडीगढ़ के, और मैं यहाँ पे सारी वॉलेंटियर ब्लड डोनेशन मूवमेंट देखता हूँ। तो हमारे पास 3 तरह के ब्लड कलेक्शन मेथोडोलॉजी हैं। एक, हम मॉडर्न ब्लड डोनेशन वैन्स हैं, जिनमें पूरा रक्तदान केंद्र हैवी ड्यूटी व्हीकल के अंदर बना हुआ है, वो हम डोनर के डोर तक जाते हैं ब्लड कनेक्ट करने के लिए। दूसरा, हमारा ये रक्तदान केंद्र है जहाँ पे आप अभी आए हुए हैं, यहाँ पे लोग अपनी इच्छा से आके रक्तदान करते हैं, और कुछ फैमिली और फ्रेंड्स भी रक्तदान करते हैं। तीसरा, हम लोग कॉलेजेस, गवर्नमेंट इंस्टीट्यूशंस, रिलीजियस ऑर्गेनाइजेशंस में आउटडोर ब्लड डोनेशन ड्राइव्स करते हैं। तो हम वहाँ जाते हैं छुट्टी के दिन या वर्किंग के दिन, और वहाँ पे काफ़ी अच्छे नंबर में लोग स्वैच्छिक रूप से रक्तदान करते हैं। आज हम मिस्टर रणदीप बत्ता, जो हमारे एक रेगुलर वॉलंटरी ब्लड डोनर हैं, इनके बारे में आए हैं कवर करने। तो ये कई सालों से, पिछले 2 दशक से रक्तदान मुहिम से जुड़े हुए हैं, और इन्होंने अपना मिशन बनाया हुआ है जागरूकता का, कि मैं कश्मीर से कन्याकुमारी हिंदुस्तान के अलग अलग स्टेट्स में जाऊंगा और रक्तदान करूंगा। इनके रक्तदान करने से और वहाँ पे जो मीडिया की हेल्प से इनके रक्तदान के बारे में जागरूकता फैलती है, तो जो लोग अब तक सोच रहे होते हैं बट करने से कतरा रहे होते हैं, वो इनके बारे में पढ़ के मोटिवेट हो जाते हैं, प्रेरित हो जाते हैं और रक्तदान करना शुरू करते हैं।
तो बत्ता जी एक बहुत रेगुलर डोनर हैं और हम चाहते हैं कि इस तरह कुछ और लोग भी इस तरह की मुहिम बनाएं कि हम अपने लिए तो करते ही हैं ब्लड डोनेशन कि हम खुद किसी की हेल्प के हो पाएँ, बट हम दूसरों के लिए जागरूकता बढ़ाने के लिए कोई ऐसी मुहिम पकड़ें, जैसे हमारी बेटी का जन्मदिन हो गया, आपके फादर साहब का जन्मदिन हो गया, कोई भी इम्पॉर्टेंट डे, आपके बच्चों के स्कूल में पेरेंट टीचर्स डे पे ब्लड डोनेशन कैंप लगता है, तो आप ऐसी जगहों पे नियमित रूप से रक्तदान करें ताकि आपको, अक्सर हम क्या होता है हम प्रोकास्टिनेट करते हैं कि आज करूँगा कल करूँगा, जब आप इस तरह कुछ बंदिश बना लेंगे तो रक्तदान आप नियमित रूप से करवाएंगे और रणदीप बत्ता जैसे आप भी प्रेरणा स्रोत बन पाएंगे सोसाइटी में। धन्यवाद। ਸਾਡੇ ਨਾਲ ਰਣਦੀਪ ਬੱਤਾ ਜੀ ਦੇ ਬਚਪਨ ਦੇ ਦੋਸਤ ਡਾਕਟਰ ਚਰਨਜੀਤ ਸਿੰਘ ਹੈਗੇ ਨੇ। ਉਹ ਦੱਸਣਗੇ ਕਿ ਉਹ ਕਿਆ ਬਚਪਨ ਤੋਂ ਹੀ ਇੱਦਾਂ ਦੇ ਸੀਗੇ ਜਿੱਦਾਂ ਉਹਨਾਂ ਦਾ ਹੁਣ ਮਨ ਹੈਗਾ ਕਿ ਕਿਸੇ ਵਾਸਤੇ ਵੀ ਖੂਨਦਾਨ ਕਰਨਾ ਤਾਂ ਕਿ ਹਰ ਕੋਈ ਬੰਦਾ ਇਹਦਾ ਫਾਇਦਾ ਲੈ ਸਕੇ। ਤਾਂ ਹੁਣ ਦੱਸਣਗੇ ਡਾਕਟਰ ਸਾਹਿਬ ਕਿ ਡਾਕਟਰ ਸਾਹਿਬ ਇਹਨਾਂ ਦਾ ਬਚਪਨ ਜੀ ਇੱਦਾਂ ਦਾ ਮਨ ਸੀਗਾ ਜੀ ਇਹਨਾਂ ਦਾ ਬੜੇ ਹੀ ਇੱਕ ਹਿਊਮਨ ਇਹਨਾਂ ਦੇ ਦਿਲ 'ਚ ਸੀ ਕਿ ਕਿਸੇ ਦੀ ਮਦਦ ਕੀਤੀ ਜਾਏ। ਸ਼ੁਰੂ ਤੋਂ ਹੀ ਇੱਕ ਦੂਜੇ ਦੀ ਮਦਦ ਵਾਸਤੇ ਚੱਲਦੇ ਸੀ। ਇਹਨਾਂ ਦਾ ਜਿਹੜਾ ਦਿਲ ਜਿਹੜਾ ਹੈ ਥੋੜ੍ਹਾ ਜਿਹਾ ਕੋਈ ਚੀਜ਼ ਦੇਖ ਲੈਂਦੇ ਸੀ ਤਾਂ ਇਹਨਾਂ ਨੂੰ ਲੱਗਦਾ ਪਰੇਸ਼ਾਨੀ ਹੁੰਦੀ ਸੀ। ਰੱਬੀ ਬੰਦੇ ਨੇ ਇਹਨਾਂ ਦੀ ਸੋਚ ਜਿਹੜੀ ਹੈ ਅੱਛੇ ਕੰਮਾਂ 'ਚ ਲੱਗੇ ਰਹੇ। ਹੁਣ ਇਹਨਾਂ ਨੇ ਬੜੇ ਦਿਨਾਂ ਤੋਂ ਸੋਚਿਆ ਕਿ ਇੱਕ ਵਾਰ ਰਕਤਦਾਨ ਕੀਤਾ ਜਾਏ, ਕਿਸੇ ਦੀ ਸੇਵਾ ਕੀਤੀ ਜਾਏ। ਹੁਣ ਵੀ ਕੋਵਿਡ ਪੀਰੀਅਡ ਸੀ, ਕੋਵਿਡ ਪੀਰੀਅਡ 'ਚ ਵੀ ਇਹ ਲੋਕ ਸਾਰੇ ਦੀ ਛੁੱਟੀਆਂ ਜਦ ਘਰ 'ਚ ਲੋਕੀ ਅੰਦਰ ਬੈਠੇ ਸੀ ਕਮਰਿਆਂ ਦੇ ਵਿੱਚ ਤਾਲੇ ਲਗਾ ਕੇ, ਇਹ ਵੀ ਆਪਣੇ ਸੜਕਾਂ 'ਤੇ ਚੱਲਦੇ ਰਹੇ, ਲੋਕਾਂ ਦੀ ਮਦਦ ਕਰਦੇ ਰਹੇ। ਕਦੇ ਪਲੇਟਲੇਟ ਦੀ ਜ਼ਰੂਰਤ ਪੈ ਗਈ ਅਤੇ ਕਦੇ ਖੂਨ ਦੀ ਜ਼ਰੂਰਤ ਪੈ ਗਈ। ਇਹਨਾਂ ਨੇ ਕੋਵਿਡ ਦੇ ਵਿੱਚ ਵੀ, ਬਿਮਾਰੀ ਦੇ ਵਿੱਚ ਵੀ, ਤਕਲੀਫਾਂ ਦੇ ਵਿੱਚ ਵੀ ਕਦੇ अपना पीछे नहीं हटे। कश्मीर तो लगे कन्याकुमारी तक हुण 150वीं सेंचुरी बन चुकी है, 1.5 सेंचुरी बना चुके हैं। हर स्टेट ਦੇ ਵਿੱਚ ਘੱਟ ਤੋਂ 20 ਸਟੇਟਾਂ ਜਿੱਥੇ ਜਾ ਚੁੱਕੇ ਨੇ। ਤੇ ਤੁਹਾਨੂੰ ਕਦੇ ਕਿਹਾ ਨਹੀਂ ਤੁਸੀਂ ਖੂਨਦਾਨ ਕਰੋ? ਨਹੀਂ, ਮੈਨੂੰ ਵੈਸੇ ਕਦੇ ਨਹੀਂ ਕਿਹਾ ਇਹਨਾਂ ਨੇ, ਪਰ ਇਹ ਲੋਕਾਂ ਨੂੰ ਪ੍ਰਮੋਟ ਕਰਦੇ ਰਹਿੰਦੇ ਨੇ ਕਿ ਭਾਈ ਤੁਸੀਂ ਖੂਨਦਾਨ ਦਿਓ, ਉੱਥੇ ਜਾ ਕੇ ਲੋਕਾਂ ਦੀ ਭਲਾ ਕਰੋ, ਸੇਵਾ ਕਰੋ। ਇਸ ਆਪਣੇ ਨਾਲ ਬੜੇ ਪੁਰਾਣੇ ਇਹਨਾਂ ਦੇ ਸੰਬੰਧ ਹੈਗੇ ਨੇ ਤੇ ਤੁਹਾਡੇ ਬਚਪਨ ਦੇ ਦੋਸਤ ਹੈਗੇ ਨੇ ਔਰ ਇਹ ਬੜੇ ਅੱਛੇ ਇੱਕ ਇਨਸਾਨ ਦੇ ਜੋ ਕਿਹਾ ਜਾਏ ਤਾਂ ਅੱਛੇ ਇੱਕ ਇਨਸਾਨ ਹੈਗੇ ਨੇ। ਤੇ ਤੁਹਾਨੂੰ ਪਤਾ ਹੈ ਇਹਨਾਂ ਨੂੰ ਕਿੱਦਾਂ ਲੱਗਿਆ ਕਿ ਮੈਂ ਖੂਨਦਾਨ ਕਰਨਾ? ਇੱਕ ਵਾਰ ਇਹਨਾਂ ਨੇ ਕੋਈ ਕਿਸੇ ਨੂੰ ਦੇਖਿਆ ਕਿ ਬਾਈ ਚੋਟ ਲੱਗੀ ਹੈ, ਉਹਨੂੰ ਖੂਨ ਮਿਲਦਾ ਨਹੀਂ ਪਿਆ ਸੀ, 16 ਸੈਕਟਰ ਜਾ ਜਾਂ ਪੀਜੀ ਜਾਈ ਜਾ। ਫਿਰ ਇਹਨਾਂ ਨੇ ਉਸ ਦਿਨ ਸੋਚ ਲਿੱਤਾ ਕਿ ਵੀ ਅੱਜ ਤੋਂ ਮੈਂ ਵੀ ਖੂਨਦਾਨ ਕਰਾਂਗਾ। ਬੜੀ ਪ੍ਰੋਬਲਮ ਆਈ ਉਦੋਂ, ਜੇ ਬੜਾ ਔਖਾ ਤਾਂ ਮੈਂ ਬਲੱਡ ਬੈਂਕ ਦੇ ਵਿੱਚ ਖੂਨ ਨਹੀਂ ਮਿਲ ਪਾ ਰਿਹਾ ਸੀ ਉਸ ਵਕਤ। ਹਾਂਜੀ, ਕੋਈ ਸਕੂਲ ਦੀ ਗੱਲ ਯਾਦ ਹੋਵੇ? ਸ਼ਰਾਰਤੀ ਟਾਈਪ ਦੇ ਬੱਚੇ ਸੀ, ਜਿਵੇਂ ਪੰਜਾਬੀ ਬੱਚਾ ਸ਼ਰਾਰਤੀ ਹੁੰਦਾ ਹੈ, ਇਸ ਤਰ੍ਹਾਂ ਦੀ ਸ਼ਰਾਰਤ ਇਹਨਾਂ ਦੇ ਮਨ ਵਿੱਚ ਭਰੀ ਹੋਈ ਸੀ ਸਿਰਫ। ਔਰ ਅੱਜ ਵੀ ਸ਼ਰਾਰਤਾਂ ਹੀ ਕਰਦੇ, ਸ਼ਰਾਰਤਾਂ ਕਰ ਕਰਕੇ ਹੀ ਇਸ ਉਮਰ ਦੇ ਵਿੱਚ 58 ਇਹਨਾਂ ਦੇ 64 ਦਾ ਜਨਮ ਹੈ ਇਹਨਾਂ ਦਾ। 64 ਦਾ 36 ਤੇ ਆਪਣਾ 23 ਇਹ ਆਪਣਾ 59th ਏਰੀਆ ਇਹਨਾਂ ਦਾ ਚੱਲਦਾ ਪਿਆ। 58 ਕੰਪਲੀਟ ਕਰ ਚੁੱਕੇ ਨੇ। ਹਾਲੇ ਵੀ ਸ਼ਰਾਰਤਾਂ ਵਿੱਚ ਪੰਜਾਬੀ ਬੰਦਾ ਜਿਸ ਤਰ੍ਹਾਂ ਸ਼ਰਾਰਤਾਂ ਕਰਦਾ, ਅੱਛੇ ਪਰਿਵਾਰ ਨੂੰ ਬਿਲੋਂਗ ਕਰਦੇ ਨੇ ਬੱਚੇ, ਅੱਛੀ ਤਰ੍ਹਾਂ ਸੈੱਟ ਹੈਗੇ ਨੇ ਇਹਨਾਂ ਦੇ। ਤੁਸੀਂ ਕੀ ਕਾਮਨਾ ਕਰੋਗੇ ਕਿ ਜਿਹੜੇ ਇਹ ਕੰਮ ਕਰ ਰਹੇ ਨੇ ਅੱਗੇ? ਕਿ ਡਬਲ ਸੈਂਚੁਰੀ ਬਣਾਉਣ ਔਰ ਅੱਛੇ ਲੋਕਾਂ ਨੂੰ ਪ੍ਰਮੋਟ ਕਰਨ, ਲੋਕਾਂ ਨੂੰ ਇਹ ਮੋਟੀਵੇਟ ਕਰਦੇ ਨੇ। ਇਹ ਬਹੁਤ ਅੱਛਾ ਕੰਮ ਕਰ ਰਹੇ ਨੇ ਸਮਾਜ ਦੇ ਵਾਸਤੇ। ਇਹ ਅਸਲੀ ਮਹਾਂਪੁਰਸ਼ ਤਾਂ ਇਹੀ ਹੈਗੇ ਨੇ। ਕਰਮ ਕਰੋ ਫਲ ਦੀ ਚਿੰਤਾ ਨਾ ਕਰੋ, ਇਸ ਉਦੇਸ਼ ਨੂੰ ਲੈ ਕੇ ਹੀ ਰਣਦੀਪ ਬੱਤਾ ਜਿਹੜੇ ਨੇ ਉਹ ਖੂਨਦਾਨ ਦੇ ਮਹਾ ਅਭਿਆਨ ਵਿੱਚ ਜੁਟੇ ਹੋਏ ਨੇ। 1981 ਤੋਂ ਸ਼ੁਰੂ ਕੀਤਾ ਉਹਨਾਂ ਦਾ ਖੂਨਦਾਨ ਦਾ ਅਭਿਆਨ ਹੁਣ ਇਸ ਪੜਾਅ 'ਤੇ ਪਹੁੰਚ ਗਿਆ ਕਿ ਉਹ 151 ਵਾਰ ਖੂਨਦਾਨ ਕਰ ਚੁੱਕੇ ਹੈ ਤੇ ਪਿਛਲੇ ਕਰੀਬ 40 ਸਾਲਾਂ ਦੌਰਾਨ ਉਹ ਖੂਨਦਾਨ ਕਰਨ ਦੇ ਨਾਲ ਆਪਣੇ ਨਾਲ ਹੋਰ ਲੋਕਾਂ ਨੂੰ ਵੀ ਜੋੜ ਰਹੇ ਨੇ, ਆਪਣੇ ਨਜ਼ਦੀਕੀਆਂ ਨੂੰ, ਦੋਸਤਾਂ ਨੂੰ, ਕੰਮ ਕਰਨ ਵਾਲਿਆਂ ਨੂੰ ਜੋੜ ਰਹੇ ਨੇ। ਉਹਨਾਂ ਦੇ ਪ੍ਰੇਰਨਾ ਸਦਕਾ ਹੁਣ ਤੱਕ ਕੋਈ 20 ਵਾਰ, ਕੋਈ 50 ਵਾਰ ਤੇ ਕੋਈ 75 ਵਾਰ ਵੀ ਖੂਨਦਾਨ ਕਰ ਚੁੱਕਿਆ ਹੈਗਾ। ਤੇ ਉਹਨਾਂ ਦਾ ਇੱਕ ਹੀ ਗੱਲ ਕਹਿਣੀ ਹੈਗੀ ਹੈ ਕਿ ਉਹ ਖੂਨਦਾਨ ਦੇ ਜਿਹੜਾ ਅਭਿਆਨ ਹੈ ਉਹਨੂੰ ਇੱਥੋਂ ਤੱਕ ਲੈ ਜਾਣ ਕਿ ਹਰ ਕੋਈ ਨੌਜਵਾਨ ਆਪਣੇ ਕਿਸੇ ਵੀ ਚੰਗੇ ਕੰਮ ਦੇ ਦੌਰਾਨ ਇਸ ਖੂਨਦਾਨ ਨੂੰ ਅਭਿਆਨ ਬਣਾਵੇ ਤੇ ਉਹ ਉਸ ਨੂੰ ਖੂਨਦਾਨ ਕਰਨ ਵਾਸਤੇ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕਰਨ। ਇਸ ਨੂੰ ਲੈ ਕੇ ਹੀ ਉਹ ਚੱਲ ਰਹੇ ਨੇ ਤੇ ਇਸ ਦੀ ਲੈ ਕੇ ਹੀ ਉਹ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਅੱਜ ਦੇ ਮਹਾਂਪੁਰਖ ਪ੍ਰੋਗਰਾਮ ਵਿੱਚ ਤੁਹਾਨੂੰ ਦਿਖਾਇਆ ਕਿ ਕਿਸ ਤਰ੍ਹਾਂ ਰਣਦੀਪ ਬੱਤਾ ਜਿਹੜੇ ਨੇ ਉਹ ਖੂਨਦਾਨ ਦੇ ਇਸ ਅਭਿਆਨ ਵਿੱਚ ਜੁਟੇ ਹੋਏ ਨੇ ਤੇ ਉਹਨਾਂ ਨੂੰ ਕਿੰਨੀ ਖਿਆਤੀ ਮਿਲੀ ਹੈ। ਮੈਨੂੰ ਮਨੋਜ ਜੋਸ਼ੀ ਅਤੇ ਕੈਮਰਾਮੈਨ ਅਸ਼ਵਨੀ ਮਨਾਸ਼ ਨੂੰ ਦਿਓ ਇਜਾਜ਼ਤ। ਫਿਰ ਤੁਹਾਨੂੰ ਅਸੀਂ ਅਗਲੇ ਮਹਾਂਪੁਰਖ ਦੇ ਪ੍ਰੋਗਰਾਮ ਵਿੱਚ ਕਿਸੇ ਹੋਰ ਸ਼ਖਸੀਅਤ ਨਾਲ ਕਰਾਵਾਂਗੇ ਰੂਬਰੂ।